गुड मॉर्निंग बेटा। बेटा ਅਸੀਂ ਜੀ ਚੈਪਟਰ ਰੀਡ ਕਰਾਂਗੇ ਜੀਵਨੀ ਪੁਲਾੜ ਪਰੀ ਸੁਨੀਤਾ ਵਿਲੀਅਮਸ। अच्छा कोई दसेगा सुनीता विलियम्स कौन सी? सुनीता विलियम्स के बारे सुनीता विलियम्स कौन सी बेटा? एनी स्टूडेंट बेटा सुनीता विलियम्स कौन सी बेटा? हाँ जी वेरी गुड। हर्षिया भव्या भव्या आप बताओ। भव्या मैं कल्पना चावला के बाद। हाँ हाँ वेरी गुड। कल्पना चावला तो बाद यस। हाँ बेटा भव्या बोलो बेटा। यस भव्या। यस मैम ये कल्पना चावला के बाद मैम स्पेस में गई थी। आप स्पेस से गई थी अमेरिकन वेरी थी। गुड। हर्षिया यस हर्षिया बेटा। हर्षिया कल्पना चावला सुनीता विलियम्स कौन सी बेटा? मैम अमेरिकन एस्ट्रोनॉट। हाँ वेरी गुड। ठीक है जी पुलाड़ यात्री सी। ठीक है सुनीता विलियम कौन सी? पुलाड़ यात्री सी जी पुलाड़ ते गई सी। ਇਹਦਾ ਜਿਹੜਾ ਨਾਮ ਹੈ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਹੈ। ਠੀਕ ਹੈ ਖਾਸ ਤੌਰ ਤੇ ਲੜਕੀਆਂ ਨੂੰ ਬਹੁਤ ਪ੍ਰੇਰਨਾ ਮਿਲਦੀ ਹੈ ਜਦੋਂ ਕਲਪਨਾ ਸੁਨੀਤਾ ਵਿਲੀਅਮਸ ਦੇ ਬਾਰੇ ਕਲਪਨਾ ਚਾਵਲਾ ਬਾਰੇ ਪੜ੍ਹਦੀਆਂ ਹਨ, ਮੋਟੀਵੇਟ ਹੁੰਦੀਆਂ ਗਰਲਸ। ਠੀਕ ਹੈ ਇਸ ਚੈਪਟਰ ਦੇ ਵਿੱਚ ਇਸ ਜੀਵਨੀ ਦੇ ਵਿੱਚ ਬੇਟਾ ਦੱਸਿਆ ਗਿਆ ਹੈ ਕਿ ਕਲਪਨਾ ਸੁਨੀਤਾ ਵਿਲੀਅਮਸ ਠੀਕ ਹੈ ਦਾ ਜਨਮ ਕਦੋਂ ਹੋਇਆ, ਉਹਦੇ ਮਾਤਾ ਪਿਤਾ ਕੌਣ ਸਨ, ਉਹਨੂੰ ਕਿਸ ਚੀਜ਼ ਦਾ ਸ਼ੌਂਕ ਸੀ, ਉਹ ਪੁਲਾੜ ਦੇ ਵਿੱਚ ਕਿਸ ਤਰ੍ਹਾਂ ਗਈ, ਠੀਕ ਹੈ ਉਹਨੇ ਕਿੰਨੀ ਮਿਹਨਤ ਕੀਤੀ ਤੇ ਕਿੰਨਵੀਂ ਵਾਰ ਉਹਨੂੰ ਪੁਲਾੜ ਦੇ ਵਿੱਚ ਜਿਹੜਾ ਕੀ ਹੈ ਕਿੰਨਵੀਂ ਵਾਰ ਮਿਹਨਤ ਕਰਨ ਤੋਂ ਬਾਅਦ ਉਹ ਪੁਲਾੜ ਦੀ ਰੇਕੀ ਵਿੱਚ ਗਈ। ਇਸ ਸਟਾਰਟਿੰਗ ਦੇ ਵਿੱਚ ਦੱਸਿਆ ਗਿਆ ਹੈ ਕਿ ਕਲਪਨਾ ਚਾਵਲਾ ਤੋਂ ਬਾਅਦ ਪਹਿਲੀ ਗਈ ਸੀ ਕੌਣ ਗਈ ਸੀ? ਭਾਰਤੀ ਨਾਗਰਿਕ ਕਲਪਨਾ ਚਾਵਲਾ। ਠੀਕ ਹੈ ਸੁਨੀਤਾ ਵਿਲੀਅਮਸ ਤੋਂ ਪਹਿਲਾਂ ਕੌਣ ਗਿਆ ਸੀ ਪੁਲਾੜ ਤੇ? ਸਪੇਸ ਤੇ ਕੌਣ ਗਿਆ ਸੀ? ਕਲਪਨਾ ਚਾਵਲਾ। ਉਸ ਤੋਂ ਬਾਅਦ ਕੌਣ ਗਿਆ? ਸੁਨੀਤਾ ਵਿਲੀਅਮਸ। ਇਸ ਚੈਪਟਰ ਦੇ ਵਿੱਚ ਆਪਾਂ ਸੁਨੀਤਾ ਵਿਲੀਅਮਸ ਦੇ ਬਾਰੇ ਪੜਾਂਗੇ ਜੋ ਕਿ ਬਹੁਤ ਹੀ ਜ਼ਿਆਦਾ ਮਸ਼ਹੂਰ ਪੁਲਾੜ ਯਾਤਰੀ ਹੈ। ਸੁਨੀਤਾ ਵਿਲੀਅਮ ਦੇ ਪਿਤਾ ਦਾ ਕੀ ਨਾਮ ਸੀ? ਦੀਪਕ ਪਾਂਡੇ। ਠੀਕ ਹੈ ਨਾਮ ਤੁਹਾਨੂੰ ਯਾਦ ਹੋਣੇ ਚਾਹੀਦੇ ਕਿਉਂਕਿ 1 ਮਾਰਕਸ ਕੁਐਸਚਨ ਚ ਆਣੇ ਹਨ। ਤੇ ਉਹਦੀ ਮਾਂ ਦਾ ਕੀ ਨਾਮ ਸੀ? ਬੋਨੀ ਉਰਸਾਲੀਨ। ਮਾਂ ਦਾ ਕੀ ਨਾਮ ਸੀ? ਬੋਨੀ ਉਰਸਾਲੀਨ। ਜਨਮ ਉਹਦਾ ਕਦੋਂ ਹੋਇਆ? 1 ਸਤੰਬਰ 1965। 1 ਸਤੰਬਰ 1965 ਨੂੰ ਹੋਇਆ। ਠੀਕ ਹੈ ਕਿੱਥੇ ਹੋਇਆ ਸੀ ਉਹਦਾ ਜਨਮ? ਯੂਗੋਸਲਾਵੀਆ ਦੇ ਸ਼ਹਿਰ ਦੇ ਵਿੱਚ। ਭਰਾ ਠੀਕ ਹੈ ਉਹਦਾ ਇੱਕ ਭਰਾ ਸੀ, ਭਰਾ ਦਾ ਕੀ ਨਾਮ ਸੀ? ਜੈ। ਭਰਾ ਦਾ ਕੀ ਨੇਮ ਸੀ? ਜੈ। ਅਤੇ ਉਸ ਦੀ ਭੈਣ ਇੱਕ ਉਸਦੀ ਭੈਣ ਸੀ, ਭੈਣ ਦਾ ਕੀ ਨਾਮ ਸੀ? ਦੀਨਾ। ਉਹਦੀ ਸਿਸਟਰ ਦਾ ਕੀ ਨਾਮ ਸੀ? ਦੀਨਾ। ਤੇ ਪੂਰੇ ਪਰਿਵਾਰ ਦੇ ਵਿੱਚ ਜਿਹੜੀ ਸੁਨੀਤਾ ਵਿਲੀਅਮਸ ਸੀ ਉਹ ਬੜੀ ਲਾਡਲੀ ਸੀ। ਸਾਰੇ ਜਾਣੇ ਸੁਨੀਤਾ ਵਿਲੀਅਮਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ। ਸੁਨੀਤਾ ਜਿਹੜੀ ਬਹੁਤ ਹੀ ਜ਼ਿਆਦਾ ਨਿਮਰਤਾ ਵਾਲੀ ਕੁੜੀ ਸੀ, ਉਹਦੇ 'ਚ ਬਿਲਕੁਲ ਵੀ ਆਕੜ ਨਹੀਂ ਸੀ, ਸ਼ੋ ਆਫ ਨਹੀਂ ਕਰਦੀ ਸੀ। ਠੀਕ ਹੈ ਜੇ ਉਹਨੂੰ ਕੋਈ ਪ੍ਰਾਈਜ਼ ਵੀ ਮਿਲਦਾ, ਕੋਈ ਜਿੱਤਦੀ ਵੀ ਜਿਵੇਂ ਤੈਰਾਕੀ ਦੇ ਵਿੱਚ, ਐਥਲੀਟ ਦੇ ਵਿੱਚ ਕੋਈ ਵੀ ਇਨਾਮ ਜਿੱਤਦਾ, ਕੋਈ ਵੀ ਇਵੈਂਟ ਦੇ ਵਿੱਚ ਉਹ ਸ਼ੋ ਆਫ ਨਹੀਂ ਕਰਦੀ ਸੀ। ਠੀਕ ਹੈ ਜੇ ਉਹਦੇ ਬ੍ਰਦਰ ਸਿਸਟਰ ਪੁੱਛਦੇ ਅੱਜ ਤੇਰਾ ਮੈਚ ਕਿਸ ਤਰ੍ਹਾਂ ਰਿਹਾ, ਤੈਰਾਕੀ ਦਾ ਮੁਕਾਬਲਾ ਕਿਸ ਤਰ੍ਹਾਂ ਰਿਹਾ, ਤਾਂ ਸਿੱਧਾ ਹੀ ਜਵਾਬ ਦਿੰਦੀ ਕਿ ਠੀਕ ਠੀਕ ਸੀ। ਕਿ ਜਦੋਂ ਇੱਕ ਵਾਰੀ ਉਹਨਾਂ ਨੇ ਦੇਖਿਆ, ਉਹਨਾਂ ਦੇ ਬੈਗ ਖੋਲ ਕੇ ਦੇਖਿਆ ਤੇ ਉਹਦੇ ਬੈਗ ਦੇ ਵਿੱਚ 5 ਮੈਡਲ ਸਨ ਔਰ ਉਹਨੇ ਆ ਕੇ ਕੀ ਕਿਹਾ? ਠੀਕ ਰਿਹਾ। ਭਾਵ ਕਿ ਜ਼ਿਆਦਾ ਉਹ ਸ਼ੋ ਆਫ ਨਹੀਂ ਕਰਦੀ ਸੀ, ਮਿਹਨਤੀ ਲੜਕੀ ਸੀ, ਨਿਮਰਤਾ ਵਾਲੀ ਲੜਕੀ ਸੀ ਤੇ ਆਪਣੀ ਕਦੀ ਵੀ ਜਿੱਤ ਨੂੰ ਉਹ ਜ਼ਿਆਦਾ ਸ਼ੋ ਆਫ ਨਹੀਂ ਕਰਦੀ ਸੀ, ਚੁੱਪ ਰਹਿੰਦੀ ਸੀ। ਹੈ ਮਿਹਨਤੀ ਸੀ, ਪ੍ਰਾਈਜ਼ ਉਹਨੇ ਕਾਫੀ ਜਿੱਤੇ ਪਰ ਉਹਨੇ ਸ਼ੋ ਆਫ ਨਹੀਂ ਕੀਤੇ। ਜਦੋਂ ਵੀ ਪਿਤਾ ਬੇਟਾ ਉਹਦੇ ਪਿਤਾ ਨੂੰ ਛੁੱਟੀਆਂ ਹੁੰਦੀਆਂ, ਮਾਂ ਨੂੰ ਛੁੱਟੀਆਂ ਹੁੰਦੀਆਂ ਤਾਂ ਉਹ ਸੈਰ ਸਪਾਟੇ ਲਈ ਕਿ ਸੈਰ ਸਪਾਟੇ ਲਈ ਪਹਾੜੀ ਸਥਾਨਾਂ ਤੇ ਜਾਂਦੇ। ਠੀਕ ਹੈ ਉਹਦੇ ਜਿਹੜੇ ਪਿਤਾ ਸਨ ਸੁਨੀਤਾ ਦੇ ਪਿਤਾ ਨੂੰ ਸੈਰ ਸਪਾਟੇ ਤੇ ਜਾਣ ਦਾ, ਸੰਗੀਤ ਸੁਣਨ ਦਾ, ਤੈਰਾਕੀ ਦਾ, ਪੜ੍ਹਨ ਲਿਖਣ ਦਾ ਬਹੁਤ ਸ਼ੌਂਕ ਸੀ। ਇਸ ਲਈ ਜਦੋਂ ਛੁੱਟੀਆਂ ਹੁੰਦੀਆਂ ਉਹ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਂਦੇ, ਭਰਾ ਨੂੰ ਵੀ, ਭੈਣ ਨੂੰ ਵੀ, ਸਾਰਿਆਂ ਨੂੰ ਆਪਣੇ ਜਿਹੜੇ ਬੱਚਿਆਂ ਨੂੰ, ਮੁੰਡਾ ਸੁਨੀਤਾ ਵਿਲੀਅਮਸ ਨੂੰ ਵੀ, ਭਰਾ ਜੈ ਨੂੰ ਵੀ, ਭੈਣ ਦੀਨਾ ਨੂੰ ਵੀ ਆਪਣੇ ਨਾਲ ਲੈ ਕੇ ਜਾਂਦੇ ਸਨ। ਉਹਦੀ ਮਾਂ ਜਿਹੜੀ ਸੀ ਉਹ ਘਰੇਲੂ ਇਸਤਰੀ ਸੀ, ਉਹਨੂੰ ਜ਼ਿਆਦਾ ਘਰ ਦੇ ਕੰਮ ਕਾਰ ਦਾ ਸ਼ੌਂਕ ਸੀ।
ਠੀਕ ਹੈ। ਤੇ ਉਹਦੇ ਪਿਤਾ ਨੂੰ ਕੀ ਸ਼ੌਂਕ ਸੀ? ਬਾਹਰ ਘੁੰਮਣ ਫਿਰਨ ਦਾ, ਟਰੈਕਿੰਗ ਦਾ, ਠੀਕ ਹੈ, ਸੰਗੀਤ ਸੁਣਨ ਦਾ ਆਦਿ ਸ਼ੌਂਕ ਸੀ। ਤੇ ਸੁਨੀਤਾ ਵਿਲੀਅਮਸ ਨੂੰ ਕਾਹਦਾ ਸ਼ੌਂਕ ਸੀ? ਸੁਨੀਤਾ ਵਿਲੀਅਮਸ ਨੂੰ ਪੁਲਾੜ ਤੇ ਜਾਣ ਦਾ, ਐਥਲੈਟਿਕ ਦਾ, ਤੈਰਾਕੀ ਦਾ, ਪਹਾੜਾਂ ਤੇ ਜਾਣ ਦਾ ਆਦਿ ਬਹੁਤ ਜ਼ਿਆਦਾ ਸ਼ੌਂਕ ਸੀ। ਸੁਨੀਤਾ ਵਿਲੀਅਮਸ ਨੇ ਬੇਟਾ ਨੀਧਮ ਦੇ ਸਕੂਲ ਤੋਂ, ਕਿਹੜੇ ਸਕੂਲ ਤੋਂ? ਨੀਧਮ, ਨੀਧਮ ਨਾਂ ਹੈ ਤੇ ਸਕੂਲ ਤੋਂ 12ਵੀਂ ਦੀ ਪ੍ਰੀਖਿਆ ਪ੍ਰਾਪਤ ਕੀਤੀ ਸੀ। ਨੀਧਮ ਸਕੂਲ ਤੋਂ ਕਿੰਨਵੀਂ ਦੀ ਪ੍ਰੀਖਿਆ ਪ੍ਰਾਪਤ ਕੀਤੀ? 12ਵੀਂ ਦੀ। ਉਹਦਾ ਸਾਇੰਸ ਤੇ ਮੈਥ ਦੇ ਵਿੱਚ ਬੜਾ ਇੰਟਰਸਟ ਸੀ। ਸਾਇੰਸ ਤੇ ਮੈਥ ਦੇ, ਸਾਇੰਸ ਤੇ ਹਿਸਾਬ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਸੀ। ਠੀਕ ਹੈ, ਬਹੁਤ ਜ਼ਿਆਦਾ ਦੇ ਚੰਗੇ ਨੰਬਰ ਆਉਂਦੇ ਸੀ ਸਾਇੰਸ ਤੇ ਮੈਥ ਦੇ ਵਿੱਚੋਂ। ਉਹਨੇ ਬੇਟਾ ਉਸ ਤੋਂ ਬਾਅਦ BSc ਕਰਨ ਤੋਂ ਬਾਅਦ, BSc ਕਰਨ ਤੋਂ ਬਾਅਦ ਉਹ ਹੈਲੀਕਾਪਟਰ ਦੀ ਇੰਸਟ੍ਰਕਟਰ ਬਣ ਗਈ। ਹੈਲੀਕਾਪਟਰ, ਹੈਲੀਕਾਪਟਰ ਜਿਹੜੇ ਚਲਾਉਂਦੇ ਆ ਨਾ, ਹੈਲੀਕਾਪਟਰ ਚਲਾਉਣ ਦੀ ਕੀ ਬਣ ਗਈ? ਇੰਸਟ੍ਰਕਟਰ। ਇੰਸਟ੍ਰਕਟਰ, ਇੰਸਟ੍ਰਕਟਰ ਮਤਲਬ ਸਿਖਾਣਾ। BSc ਕਰਨ ਤੋਂ ਬਾਅਦ ਉਹਨੇ ਕੀ ਬਣ ਗਈ? ਹੈਲੀਕਾਪਟਰ ਚਲਾਉਣ ਦੀ ਇੰਸਟ੍ਰਕਟਰ ਬਣ ਗਈ। ਭਾਵ ਕਿ ਹੈਲੀਕਾਪਟਰ ਜਿਹੜੀ ਕੀ ਹੈ ਨੈਵਲ ਅਕੈਡਮੀ ਦੇ ਵਿੱਚ ਉਹ ਲੋਕਾਂ ਨੂੰ ਕੀ ਸਿਖਾਉਂਦੀ ਸੀ? ਹੈਲੀਕਾਪਟਰ ਚਲਾਉਣਾ ਸਿਖਾਉਂਦੀ ਸੀ। ਫਿਰ ਉਸਨੇ ਬੇਟਾ ਉਸ ਤੋਂ ਬਾਅਦ ਉਸਨੇ, ਠੀਕ ਹੈ, ਅਰਜੀ ਭੇਜੀ ਨਾਸਾ ਦੇ ਵਿੱਚ ਜਾਣ ਦੇ ਲਈ। ਠੀਕ ਹੈ, ਨਾਸਾ ਦੇ ਵਿੱਚ ਜਾਣ ਦੇ ਲਈ, ਕਿਉਂਕਿ ਉਹਨੂੰ ਹੈਲੀਕਾਪਟਰ ਚਲਾਉਣਾ ਬਹੁਤ ਅੱਛੀ ਤਰ੍ਹਾਂ ਆਉਂਦਾ ਸੀ, ਉਹਨੂੰ ਸ਼ੌਂਕ ਵੀ ਸੀ, ਬਹੁਤ ਜ਼ਿਆਦਾ ਸ਼ੌਂਕ ਸੀ ਉਹਨੂੰ। ਨਾਸਾ ਦੇ ਵਿੱਚ ਉਹਨੇ ਅਰਜੀ ਭੇਜੀ, ਪਹਿਲੀ ਵਾਰ ਭੇਜੀ, ਠੀਕ ਹੈ, ਉਹਦੀ ਅਰਜੀ ਜਿਹੜੀ ਕੀ ਹੈ ਰਿਜੈਕਟ ਹੋ ਗਈ। ਦੂਸਰੀ ਵਾਰ ਭੇਜੀ ਉਹਨੇ, ਫਿਰ ਉਹਦੀ ਜਿਹੜੀ ਅਰਜੀ ਸੀ ਮਨਜ਼ੂਰ ਹੋ ਗਈ। ਤੇ 8 ਮੈਂਬਰਾਂ ਦੀ ਟੀਮ ਦੇ ਨਾਲ, ਕਿੰਨੇ ਮੈਂਬਰਾਂ ਦੀ ਟੀਮ ਦੇ ਨਾਲ? 8 ਮੈਂਬਰ ਦੀ ਟੀਮ ਦੇ ਨਾਲ ਬੇਟਾ ਉਹ ਜਿਹੜੀ ਕੀ ਹੈ ਪੁਲਾੜ ਦੇ ਵਿੱਚ ਗਈ। ਠੀਕ ਹੈ, 8 ਨਹੀਂ 7 ਮੈਂਬਰਾਂ ਦੀ, ਕਿੰਨੇ ਮੈਂਬਰਾਂ ਦੀ? 7 ਮੈਂਬਰਾਂ ਦੀ ਟੀਮ ਦੇ ਨਾਲ ਉਹ ਕਿੱਥੇ ਗਈ ਸੀ? ਪੁਲਾੜ ਦੇ ਵਿੱਚ ਗਈ ਸੀ। ਤੇ ਕਿਹੜਾ ਨੇਮ ਕੀ ਸੀ ਜਹਾਜ਼ ਦਾ? ਨਾਮ ਕੀ ਸੀ ਜਿਸ ਜਹਾਜ਼ ਦੇ ਵਿੱਚ ਉਹ ਗਈ ਸੀ ਬੈਠ ਕੇ? ਡਿਸਕਵਰੀ। ਡਿਸਕਵਰੀ ਨਾਂ ਦੇ ਜਹਾਜ਼ ਦੇ ਵਿੱਚ ਬੈਠ ਕੇ ਉਹ ਗਈ ਸੀ। ਕਿਹੜਾ ਜਹਾਜ਼? ਡਿਸਕਵਰੀ ਨਾਂ ਦੇ ਜਹਾਜ਼ ਵਿੱਚ ਬੈਠ ਕੇ ਉਹ ਗਈ। ਫਿਰ ਬੇਟਾ ਉਹ ਰਿਕਾਰਡ ਬਣਾ ਕੇ, 4 ਰਿਕਾਰਡ ਬਣਾ ਕੇ ਉਹ ਕਿੰਨੇ ਈਸਵੀ ਚ ਵਾਪਿਸ ਆਈ? 22 ਜੂਨ 2007 ਈਸਵੀ ਦੇ ਵਿੱਚ ਉਹ ਐਟਲਾਂਟਿਸ ਨਾਂ ਦੇ ਪੁਲਾੜੀ ਜਹਾਜ਼ ਆਈ, ਧਰਤੀ ਦੇ ਵਾਪਿਸ ਆਈ। ਕਿਹੜਾ ਜਹਾਜ਼ ਦਾ ਕਿਹੜਾ ਨਾਮ ਸੀ? ਐਟਲਾਂਟਿਸ। ਐਟਲਾਂਟਿਸ ਨਾਂ ਦੇ ਜਹਾਜ਼ ਵਿੱਚ ਬਹਿ ਕੇ ਵਾਪਿਸ ਆ ਗਏ। ਸੁਨੀਤਾ ਵਿਲੀਅਮਸ ਨੇ ਬੇਟਾ ਲੋਕਾਂ ਦੀ ਭਲਾਈ ਦੇ ਲਈ ਬਹੁਤ ਸਾਰੇ ਕੰਮ ਕੀਤੇ, ਖੋਜਾਂ ਦੇ ਵਿੱਚ ਬਹੁਤ ਸਾਰੀਆਂ ਖੋਜਾਂ ਕੀਤੀਆਂ ਤੇ ਹੋਰ ਵੀ ਖੋਜਾਂ ਹੋਣ ਦੀ ਸੰਭਾਵਨਾ ਹੈ। ਭਾਵ ਕਿ ਸਾਨੂੰ ਇਸ ਚੈਪਟਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਪੜ੍ਹਨਾ ਲਿਖਣਾ ਚਾਹੀਦਾ ਹੈ ਅਤੇ ਨਵੇਂ-ਨਵੇਂ ਅਵਿਸ਼ਕਾਰ ਕਰਨੇ ਚਾਹੀਦੇ ਹਨ। ਹੁਣ ਆਪਾਂ ਚੈਪਟਰ ਰੀਡ ਕਰਾਂਗੇ, ਠੀਕ ਹੈ, ਫਿਰ ਉਹਦੇ 1 ਮਾਰਕਸ ਕੁਐਸਚਨ ਉਹਦੇ ਨਾਲ ਅੰਡਰਲਾਈਨ ਕਰਨਾ, ਕਿਉਂਕਿ ਬੇਟਾ ਜੀਵਨੀ ਹੈ, ਕਾਫੀ ਨੇਮਸ ਹੈ, ਅਗਰ ਤੁਸੀਂ ਧਿਆਨ ਨਾਲ ਸੁਣੋਗੇ, ਅੰਡਰਲਾਈਨ ਕਰੋਗੇ ਤਾਂ ਹੀ ਤੁਹਾਨੂੰ ਯਾਦ ਰਹਿਣਗੇ, ਜੇ ਤੁਸੀਂ ਕੁਐਸਚਨਸ ਯਾਦ ਨਹੀਂ ਹੋਣੇ। ਓਕੇ, ਜਸਟ ਰੇਜ਼ योर हैंड। बेटा कौन रीड करेगा चैप्टर? यस बेटा रीड करो हर्षिया। हर्षिया ने ਅੰਬਰਾਂ ਵਿੱਚ ਉਡਾਰੀ ਮਾਰ ਕੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਸ ਦਾ ਨਾਂ ਹੈ ਸੁਨੀਤਾ। ਉਹ ਭਾਰਤ ਵਿੱਚ ਭਾਵੇਂ ਜੰਮੀ ਨਹੀਂ, ਪਰੰਤੂ ਉਹ ਇੱਕ ਭਾਰਤੀ ਡਾਕਟਰ ਦੀਪਕ ਪਾਂਡੇ ਦੀ ਧੀ ਹੈ। ਦੀਪਕ ਪਾਂਡੇ ਸੂਰਤ, ਗੁਜਰਾਤ ਤੋਂ MBBS ਪਾਸ ਕਰਕੇ ਕੁਝ ਸਮਾਂ ਦੇਸ਼ ਵਿੱਚ ਰਿਹਾ ਤੇ ਫਿਰ ਵਿਦੇਸ਼ਾਂ ਨੂੰ ਚਲਾ ਗਿਆ ਸੀ। ਡਾਕਟਰ ਦੀਪਕ ਪਾਂਡੇ ਨੇ ਅੱਧੀ ਕੁ ਸਦੀ ਪਹਿਲਾਂ ਅਮਰੀਕਾ ਦੇ ਨਗਰ ਯੂਕਲਿਡ ਵਿੱਚ ਜਾ ਕੇ ਡਾਕਟਰੀ ਦਾ ਕੰਮ ਸ਼ੁਰੂ ਕੀਤਾ ਸੀ। ਇੱਥੇ ਹੀ ਐਕਸ-ਰੇ ਤਕਨੀਸ਼ੀਅਨ ਦਾ ਕੋਰਸ ਕਰ ਰਿਹਾ ਘਰੇਲੂ ਰੁਚੀਆਂ ਵਾਲੀ ਸਰਲ ਸੁਭਾਅ ਤੇ ਮਿਹਨਤੀ ਕੁੜੀ ਬੋਨੀ ਉਰਸਾਲਿਨ ਜੁਲੋਕਨ ਨਾਲ ਉਸ ਦੀ ਜਾਣ ਪਛਾਣ ਹੋਈ। ਬੋਨੀ ਦੇ ਵੱਡੇ ਵਡੇਰੇ ਯੂਗੋਸਲਾਵੀਆ ਦੇ ਸਨ, ਪਰ ਉਸ ਦੇ ਮਾਤਾ ਪਿਤਾ ਓਹਾਈਓ ਪ੍ਰਾਂਤ ਦੇ ਕਲੀਵਲੈਂਡ ਸ਼ਹਿਰ ਵਿੱਚ ਰਹਿੰਦੇ ਸਨ।
ਉਹਨਾਂ ਨੂੰ ਡਾਕਟਰ ਦੀਪਕ ਪਾਂਡੇ ਦਾ ਮਿਹਨਤੀ ਸੁਭਾਅ ਪਸੰਦ ਆਇਆ। ਇਸ ਲਈ ਉਹਨਾਂ ਦੀਪਕ ਤੇ ਬੋਨੀ ਨੂੰ ਸ਼ਾਦੀ ਦੇ ਬੰਧਨਾਂ ਵਿੱਚ ਬੰਨ੍ਹ ਦਿੱਤਾ। हाँ वेट बेटा, ਇਸ ਜੋੜੀ ਦੇ ਘਰ क्वेश्चन अंडरलाइन करो, ठीक है। नाल सब तो पहली जिहड़ी पुलाड़ यात्री किहड़ी सी? पहली पुलाड़ यात्री किहड़ी सी? कल्पना चावला। पहली किहड़ी पुलाड़ यात्री सी? कल्पना चावला। ते कल्पना चावला तो बाद कौन गया सी? सुनीता विलियम्स। पहली पुलाड़ यात्री कल्पना चावला सी। कल्पना चावला दे पिता जी कौन सन? दीपक पांडे, ठीक है। बाद में बेटा अलग अलग क्वेश्चन नहीं लिखवाने, अंडरलाइन कर दे जो, ठीक है। सैकेंड थर्ड है, उन्हां दी मां दा की नाम सी? बोनी उर्साली, ठीक है। बोनी उर्सालीन सी ते ਉਹਨਾਂ ਦੇ ਵੱਡੇ ਵਡੇਰੇ ਕਿੱਥੋਂ ਦੇ ਰਹਿਣ ਵਾਲੇ ਸਨ? ਉਹਨਾਂ ਦੇ ਵੱਡੇ ਵਡੇਰੇ ਜਿਹੜੇ ਕਿ ਉਹੀ ਸ਼ਹਿਰ ਦੇ ਰਹਿਣ ਵਾਲੇ ਸਨ। ਯੈਸ ਬੇਟਾ, ਨੈਕਸਟ ਪਾਰਟ ਬੇਟਾ। ਯੈਸ ਮੈਮ। ਇਸ ਜੋੜੀ ਦੇ ਘਰ ਹੀ ਸੁਨੀਤਾ ਦਾ ਜਨਮ 1 ਸਤੰਬਰ 1965 ਨੂੰ ਯੂਕਲਿਡ ਵਿਖੇ ਹੋਇਆ। ਉਸ ਦਾ ਇੱਕ ਭਰਾ ਤੇ ਇੱਕ ਭੈਣ ਉਸ ਤੋਂ ਵੱਡੇ ਸਨ। ਭਰਾ ਜੈ ਉਸ ਤੋਂ 4 ਸਾਲ ਤੇ ਭੈਣ ਦੀਨਾ 3 ਸਾਲ ਵੱਡੀ ਸੀ। ਸੁਨੀਤਾ ਸਾਰੇ ਪਰਿਵਾਰ ਦੀ ਲਾਡਲੀ ਸੀ। ਸੁਨੀਤਾ ਦੇ ਜਨਮ ਤੋਂ ਸਾਲ ਕੁ ਪਹਿਲਾਂ ਉਸ ਦੇ ਪਿਤਾ ਨੇ ਅਮਰੀਕਾ ਦੀ ਨਾਗਰਿਕਤਾ ਲੈ ਲਈ ਸੀ। एक सेकंड हर्षिका, ठीक है। सुनीता ਦਾ ਜਨਮ ਕਦੋਂ ਹੋਇਆ? 1 ਸਤੰਬਰ 1965 ਨੂੰ ਕਿਤੇ ਯੂਕਲਿਡ ਦੇ ਵਿੱਚ। ਤੇ ਉਹਨਾਂ ਦੇ ਭਰਾ ਦਾ ਨਾਮ ਸੀ ਜੈ ਤੇ ਭੈਣ ਦਾ ਨਾਮ ਸੀ ਦੀਨਾ। ਕਿ ਜਦੋਂ ਛੋਟੀ ਸੀ ਉਹਦੇ ਪਿਤਾ ਜੀ ਨੇ ਅਮਰੀਕਾ ਦੀ ਨਾਗਰਿਕਤਾ ਲੈ ਲਈ ਸੀ। ਯੈਸ ਬੇਟਾ ਹਰਸ਼ਿਆ। नेक्स्ट बेटा, यस मैम। एक सेकंड, भावेश आप पढ़ो बेटा। भावेश। ਸੁਨੀਤਾ ਸਾਰੇ ਪਰਿਵਾਰ ਦੀ ਲਾਡਲੀ ਸੀ। ਸੁਨੀਤਾ ਦੇ ਜਨਮ ਤੋਂ ਸਾਲ ਕੁ ਪਹਿਲਾਂ ਉਸ ਦੇ ਪਿਤਾ ਨੇ ਅਮਰੀਕਾ ਦੀ ਨਾਗਰਿਕਤਾ ਲੈ ਲਈ ਸੀ। ਸੁਨੀਤਾ ਅਜੇ ਸਾਲ ਕੁ ਦੀ ਸੀ ਕਿ ਉਸ ਦੇ ਮਾਤਾ ਪਿਤਾ ਤੇ ਸਾਰਾ ਪਰਿਵਾਰ ਬੋਸਟਨ ਆ ਗਿਆ। ਸੁਨੀਤਾ ਦਾ ਪਾਲਣ ਪੋਸ਼ਣ ਇਸ ਇਲਾਕੇ ਵਿੱਚ ਹੋਇਆ। ਇੱਥੇ ਹੀ ਉਸ ਦੀ ਪੜ੍ਹਾਈ ਲਿਖਾਈ ਹੋਈ। ਵੇਟ ਬੇਟਾ, ਸੁਨੀਤਾ ਦੇ ਸੁਨੀਤਾ ਦਾ ਪਾਲਣ ਪੋਸ਼ਣ ਕਿੱਥੇ ਹੋਇਆ ਸੀ? ਬੋਸਟਨ ਵਿਖੇ, ਠੀਕ ਹੈ। ਨਾਲ ਨਾਲ ਅੰਡਰਲਾਈਨ ਕਰਦੇ ਜਾਓ। हाँ बेटा पढ़ बेटा। यस बेटा। ਸੁਨੀਤਾ ਦੇ ਪਿਤਾ ਪੜ੍ਹਨ ਲਿਖਣ, ਸੈਰ ਸਪਾਟੇ ਤੇ ਸੰਗੀਤ ਦੇ ਸ਼ੌਕੀਨ ਸਨ। ਮਾਤਾ ਘਰੇਲੂ ਰੁਚੀਆਂ ਵਾਲੀ ਸੀ। ਸਿਲਾਈ ਕਢਾਈ, ਸੰਗੀਤ, ਖੇਡਾਂ ਤੇ ਸੈਰ ਸਪਾਟੇ ਵਿੱਚ ਉਸ ਦੀ ਵਿਸ਼ੇਸ਼ ਰੁਚੀ ਸੀ। ਸੁਨੀਤਾ ਦੇ ਵੱਡੇ ਭੈਣ ਭਰਾ ਵੀ ਤੈਰਾਕੀ ਤੇ ਐਥਲੈਟਿਕਸ ਵਿੱਚ ਵਿਸ਼ੇਸ਼ ਰੁਚੀ ਲੈਂਦੇ ਸਨ। ਇਸ ਕਿਸਮ ਦੇ ਮਾਹੌਲ ਵਿੱਚ ਵੱਡੀ ਹੋਣ ਵਾਲੀ ਸੁਨੀਤਾ ਪੜ੍ਹਾਈ ਦੇ ਨਾਲ ਸੰਗੀਤ, ਤੈਰਾਕੀ, ਹਾਈਕਿੰਗ, ਟਰੈਕਿੰਗ ਅਤੇ ਖੇਡਾਂ ਵਿੱਚ ਵਿਸ਼ੇਸ਼ ਰੁਚੀ ਲੈਂਦੀ ਰਹੀ। ਹਾਂ ਵੈਰੀ ਗੁੱਡ। ਰੁਕ ਜਾ ਬੇਟਾ, ਰੁਕ ਜਾ। ਸੁਨੀਤਾ ਦੇ ਪਿਤਾ ਨੂੰ ਕਿਸ ਚੀਜ਼ ਦਾ ਸ਼ੌਂਕ ਸੀ? ਪਿਤਾ ਨੂੰ ਸ਼ੌਂਕ ਸੀ ਪੜ੍ਹਨ ਲਿਖਣ ਦਾ, ਸੈਰ ਸਪਾਟੇ ਦਾ, ਠੀਕ ਹੈ। ਪੜ੍ਹਨ ਲਿਖਣ ਤੇ ਸੈਰ ਸਪਾਟੇ ਦਾ। ਤੇ ਮਾਂ ਨੂੰ ਕਾਹਦਾ ਸ਼ੌਂਕ ਸੀ? ਘਰੇਲੂ ਰੁਚੀਆਂ ਦਾ, ਠੀਕ ਹੈ, ਘਰੇਲੂ ਕੰਮਾਂ ਦਾ। ਤੇ ਉਹਦੇ ਭੈਣ ਭਰਾਵਾਂ ਨੂੰ ਕਾਹਦਾ ਸ਼ੌਂਕ ਸੀ? ਤੈਰਾਕੀ ਤੇ ਐਥਲੈਟਿਕਸ ਦਾ। चल बेटा। हाँ जी पुत्र बोल अगे। ਸਕੂਲ ਦਾ ਕੰਮ ਕਰਨ ਤੋਂ ਬਾਅਦ ਤਿੰਨੇ ਭੈਣਾਂ ਭਰਾ ਟਰੈਕਿੰਗ ਦਾ ਅਭਿਆਸ ਕਰਦੇ। ਉਹਨਾਂ ਦੀ ਮਾਂ ਉਹਨਾਂ ਨੂੰ ਕਰਦਿਆਂ ਵੇਖਦੀ ਰਹਿੰਦੀ ਜਾਂ ਸਿਲਾਈ ਕਢਾਈ ਕਰਦੀ ਰਹਿੰਦੀ।
ਹਰ ਛੁੱਟੀ ਦੇ ਦਿਨ ਇਹ ਪਰਿਵਾਰ ਖੁੱਲੇ ਮੈਦਾਨਾਂ, ਦਰਿਆਵਾਂ, ਝੀਲਾਂ, ਪਹਾੜਾਂ ਜਾਂ ਸਾਗਰਾਂ ਵੱਲ ਸੈਰ ਸਪਾਟੇ ਲਈ ਨਿਕਲ ਜਾਂਦਾ ਅਤੇ ਪ੍ਰਕਿਰਤੀ ਦੇ ਨਜ਼ਾਰੇ ਮਾਣਦਾ। ਇਸ ਕਿਸਮ ਦੇ ਜੀਵਨ ਨੇ ਸੁਨੀਤਾ ਨੂੰ ਛੋਟੀ ਉਮਰ ਵਿੱਚ ਹੀ ਚੰਗੀ ਮਿਹਨਤ ਤੇ ਔਖ ਸੌਖ ਜਾਗਣ ਦੀ ਟ੍ਰੇਨਿੰਗ ਦੀ ਵਿੱਚ ਹਿੱਸਾ ਲਿਆ। ਹਾਂ ਬੇਟਾ ਇੱਕ ਸੈਕਿੰਡ, ਠੀਕ ਹੈ। ਉਹਦੇ ਪਿਤਾ ਨੂੰ ਸ਼ੌਂਕ ਸੀ ਪੜ੍ਹਨ ਲਿਖਣ ਦਾ ਤੇ ਕਾਹਦਾ ਸ਼ੌਂਕ ਸੀ, ਸੈਰ ਸਪਾਟੇ ਦਾ, ਤੇ ਮਾਂ ਘਰੇਲੂ ਰੁਚੀ ਵਾਲੀ। ਜਿਹੜੇ ਉਹਦੇ ਬ੍ਰਦਰ ਤੇ ਸਿਸਟਰ ਸਨ ਉਹਨਾਂ ਨੂੰ ਐਥਲੈਟਿਕਸ ਦਾ ਤੇ ਤੈਰਾਕੀ ਦਾ ਸ਼ੌਂਕ ਸੀ। ਇਸੇ ਤਰ੍ਹਾਂ ਸੁਨੀਤਾ ਵਿਲੀਅਮਸ ਨੂੰ ਵੀ ਤੈਰਾਕੀ ਦਾ, ਐਥਲੈਟਿਕਸ ਦਾ, ਟਰੈਕਿੰਗ ਦਾ ਸ਼ੌਂਕ ਪੈ ਗਿਆ। ਠੀਕ ਹੈ। ਤਿੰਨੇ ਭੈਣ ਭਰਾ ਕਿਸ ਦਾ ਅਭਿਆਸ ਕਰਦੇ ਸਨ, ਇਹ ਵੀ ਲਿਖੋ, ਅੰਡਰਲਾਈਨ ਕਰੋ। ਤਿੰਨੇ ਭੈਣ ਭਰਾ ਕਿਸ ਚੀਜ਼ ਦਾ ਅਭਿਆਸ ਕਰਦੇ ਸਨ, ਟਰੈਕਿੰਗ ਦਾ। ਕਿਸ ਚੀਜ਼ ਦਾ ਅਭਿਆਸ ਕਰਦੇ ਸਨ, ਟਰੈਕਿੰਗ ਦਾ। ਪਹਾੜਾਂ ਤੇ ਜਾਂਦੇ ਨਾ, ਉੱਪਰ ਚੜ੍ਹਦੇ ਆ, ਟਰੈਕਿੰਗ ਦਾ ਅਭਿਆਸ ਕਰਦੇ ਅਤੇ ਮੈਦਾਨਾਂ, ਦਰਿਆਵਾਂ, ਝੀਲਾਂ ਆਦਿ ਸੈਰ ਸਪਾਟੇ ਤੇ ਚਲੇ ਜਾਂਦੇ। ਜਦੋਂ ਬੇਟਾ ਉਹ 11 ਸਾਲ ਦੀ ਸੀ ਤਾਂ ਉਸਨੇ ਬੋਸਟਨ ਹਾਰਬਰ ਤੈਰਾਕੀ ਮੁਕਾਬਲੇ ਵਿੱਚ ਹਿੱਸਾ ਲਿਆ ਸੀ ਤੇ ਇਨਾਮ ਵੀ ਮਿਲਿਆ ਸੀ। ਯੈਸ ਬੇਟਾ। ਨੈਕਸਟ ਸੁਹਾਨਾ ਬੇਟਾ आप रीड करो। यस सुहाना बेटा। यस मैम। शुरू तो ही सुनीता निम्रता वाली कुड़ी सी। ਉਹ ਆਪਣੀਆਂ ਪ੍ਰਾਪਤੀਆਂ ਬਾਰੇ ਰੌਲਾ ਨਹੀਂ ਸੀ ਪਾਉਂਦੀ। ਉਹ 6 ਸਾਲ ਦੀ ਸੀ ਜਦ ਸਾਰਾ ਪਰਿਵਾਰ ਕੈਂਪ ਲਈ ਪਿਕਨਿਕ ਮਨਾ ਰਿਹਾ ਸੀ। ਸੁਨੀਤਾ ਆਪਣੀਆਂ ਸਹੇਲੀਆਂ ਨਾਲ ਤੈਰਾਕੀ ਪ੍ਰਤੀਯੋਗਿਤਾ ਉੱਤੇ ਗਈ ਹੋਈ ਸੀ। ਪ੍ਰਤੀਯੋਗਿਤਾ ਖਤਮ ਹੋਈ ਤਾਂ ਬੈਗ ਚੁੱਕ ਕੇ ਉਹ ਆਪਣੇ ਟੱਬਰ ਨਾਲ ਚੱਲੀ। ਭੈਣ ਤੇ ਭਰਾ ਨੇ ਪੁੱਛਿਆ, ਕਿਵੇਂ ਰਿਹਾ ਤੇਰਾ ਮੁਕਾਬਲਾ? ਬਿਲਕੁਲ ਠੀਕ, 2 ਹਰਫੀ ਉੱਤਰ ਦੇ ਕੇ ਉਹ ਸਹੇਲੀਆਂ ਨਾਲ ਦੌੜ ਗਈ। ਉਸਦਾ ਜਦ ਬੈਗ ਖੁੱਲਿਆ ਗਿਆ ਤਾਂ ਉਸ ਵਿੱਚ 5 ਮੈਡਲ ਸਨ। ਉਹ 5 ਵੱਖ-ਵੱਖ ਇਵੈਂਟਸ ਵਿੱਚ ਫਸਟ ਆਈ ਸੀ। ਸੁਨੀਤਾ ਨੇ ਬੋਸਟਨ ਵਿੱਚ ਹੀ ਨੈਕਸਟ ਕੁਐਸਚਨ ਹੈ, ਸੁਨੀਤਾ ਵਿਲੀਅਮ ਕਿਹੋ ਜਿਹੀ ਲੜਕੀ ਸੀ? ਬੜੀ ਨਿਮਰਤਾ ਵਾਲੀ। ਠੀਕ ਹੈ। ਨੈਕਸਟ ਕੁਐਸਚਨ ਵਿੱਚ ਪਹਿਲੇ ਚ ਬਣਿਆ ਤੈਰਾਕੀ ਦੇ ਮੁਕਾਬਲੇ ਵਿੱਚ ਉਸਨੂੰ ਕਿੰਨੇ ਮੈਡਲ ਮਿਲੇ ਸਨ? 5। ਠੀਕ ਹੈ। ਯੈਸ ਬੇਟਾ। ਸੁਨੀਤਾ ਨੇ ਬੋਸਟਨ ਵਿੱਚ ਹੀ ਨਿਦਮ ਸਕੂਲ ਤੋਂ 12ਵੀਂ ਜਮਾਤ ਪਾਸ ਕੀਤੀ। ਸਾਇੰਸ ਤੇ ਅਤੇ ਹਿਸਾਬ ਵਿੱਚ ਚੰਗੇ ਨੰਬਰ ਲੈ ਕੇ ਉਹ ਜਮਾਤ ਦੇ ਛੋਟੀ ਦੇ ਬੱਚਿਆਂ ਵਿੱਚ ਛੋਟੀ ਦੇ ਬੱਚਿਆਂ ਵਿੱਚ ਇੱਕ ਸੀ। ਛੋਟੀ ਦੇ ਬੱਚੇ ਤੋਂ ਜਿਹੜੇ ਜਿਹਨਾਂ ਬੱਚਿਆਂ ਦੀ ਪੋਜੀਸ਼ਨ ਆਉਂਦੀ ਹੈ, ਜੇ ਫਰਸਟ 5 ਬੱਚੇ ਹੋ ਗਏ ਜਾਂ ਫਰਸਟ 10 ਬੱਚੇ, ਠੀਕ ਹੈ, ਉਹਨੂੰ ਕਹਿੰਦੇ ਛੋਟੀ ਦੇ ਬੱਚੇ, ਫਰਸਟ 5 ਪੋਜੀਸ਼ਨ ਵਾਲੇ। ਯੈਸ ਬੇਟਾ। 1983 ਵਿੱਚ ਹੀ ਉਹ ਅਮਰੀਕੀ ਨੈਵਲ ਅਕੈਡਮੀ ਵਿੱਚ ਦਾਖਲ ਹੋ ਗਈ। ਇੱਥੋਂ ਹੀ ਉਸਨੇ 1987 ਵਿੱਚ BSc ਪਾਸ ਕੀਤੀ ਤੇ ਨੇਵੀ ਵਿੱਚ ਭਰਤੀ ਹੋ ਗਈ। ਉਸ ਨੇ ਹੈਲੀਕਾਪਟਰ ਉਡਾਉਣ ਦੀ ਟ੍ਰੇਨਿੰਗ ਦੇ ਕੇ ਇਹੀ ਕੰਮ ਸੌਂਪਿਆ ਗਿਆ। ਉਸ ਨੇ ਇਸ ਕੰਮ ਵਿੱਚ ਇੰਨੀ ਰੁਚੀ ਲਈ ਕਿ ਵੱਖ-ਵੱਖ ਕਿਸਮਾਂ ਦੇ ਜਹਾਜ਼ ਤੇ ਹੈਲੀਕਾਪਟਰ ਉਸਨੂੰ 2770 ਘੰਟੇ ਉਡਾਉਣ ਦਾ ਰਿਕਾਰਡ ਥੋੜੇ ਜਿਹੇ ਸਮੇਂ ਵਿੱਚ ਹੀ ਬਣਾ ਲਿਆ। ਇਸ ਦੌਰਾਨ ਉਸਨੇ MSc ਕਰ ਲਈ ਤੇ ਹੈਲੀਕਾਪਟਰ ਇੰਸਟ੍ਰਕਟਰ ਬਣ ਗਈ। ਇਸ ਸਮੇਂ ਤੱਕ ਉਹ ਨੈਵਲ ਅਕੈਡਮੀ ਦੇ ਆਪਣੇ ਇੱਕ ਜਮਾਤੀ ਮਿਸ਼ੈਲ ਵਿਲੀਅਮਸ ਨਾਲ ਸ਼ਾਦੀ ਕਰਵਾ ਕੇ ਸੁਨੀਤਾ ਵਿਲੀਅਮਸ ਬਣ ਗਈ। ਇੱਕ ਸੈਕਿੰਡ ਰੁਕ ਜਾ ਬੇਟਾ। ਸੁਨੀਤਾ ਵਿਲੀਅਮਸ ਨੇ 12ਵੀਂ ਕਿੱਥੋਂ ਪਾਸ ਕੀਤੀ ਸੀ? ਨੀਦਮ ਸਕੂਲ ਤੋਂ। ਠੀਕ ਹੈ। ਕਿਹੜੇ ਸਕੂਲ ਦਾ ਕੀ ਨਾਮ ਸੀ? ਨੀਦਮ ਸਕੂਲ। ਤੇ ਉਹਦੀ ਕਿਹਦੇ ਵਿੱਚ ਜ਼ਿਆਦਾ ਮਾਰਕਸ ਆਏ ਸੀ? ਕਿਸ ਸਬਜੈਕਟ ਦੇ ਵਿੱਚ? ਹਿਸਾਬ ਤੇ ਸਾਇੰਸ ਦੇ ਵਿੱਚ। ਜ਼ਿਆਦਾ ਮਾਰਕਸ ਉਹਦੇ ਕਿਹੜੇ ਸਬਜੈਕਟ ਚੋਂ ਆਏ ਸੀ? ਹਿਸਾਬ ਤੇ ਸਾਇੰਸ ਦੇ ਵਿੱਚੋਂ। ਤੇ ਉਸ ਤੋਂ ਬਾਅਦ ਬੇਟਾ ਉਹ, ਠੀਕ ਹੈ, ਉਸ ਤੋਂ ਬਾਅਦ ਉਹ ਨੈਵਲ ਅਕੈਡਮੀ ਵਿੱਚ ਕਿਹੜੀ ਅਕੈਡਮੀ ਵਿੱਚ ਦਾਖਲ ਹੋਈ ਸੀ? ਨੈਵਲ ਅਕੈਡਮੀ ਦੇ ਵਿੱਚ। ਨੈਵਲ ਅਕੈਡਮੀ, ਜਿੱਥੇ ਜਹਾਜ਼ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ, ਅਕੈਡਮੀ ਵਿੱਚ ਦਾਖਲ ਹੋਈ। ਕਦੋਂ? 1983 ਦੇ ਵਿੱਚ ਨੈਵਲ ਅਕੈਡਮੀ ਦੇ ਵਿੱਚ ਉਹ ਦਾਖਲ ਹੋਈ। ਤੇ ਕਿੰਨੇ ਸੀ? 1983 ਦੇ ਵਿੱਚ।
ਫਿਰ ਉਹਨੇ ਬੇਟਾ ਉਸਨੂੰ ਜਹਾਜ਼ ਚਲਾਉਣ ਦੇ ਲਈ, ਠੀਕ ਹੈ, ਹੈਲੀਕਾਪਟਰ ਚਲਾਉਣ ਦੇ ਲਈ ਉਹਨਾਂ ਨੂੰ ਜਿਹੜਾ ਕੀ ਹੈ, ਉਹਨੂੰ ਇੰਸਟ੍ਰਕਟਰ ਬਣਾਇਆ ਗਿਆ। 2770 ਘੰਟੇ, ਕਿੰਨੇ ਘੰਟੇ ਉਹਨੇ ਜਹਾਜ਼ ਚਲਾਇਆ ਸੀ? 2770, ਦੇਖੋ ਕਿੰਨੀ ਜ਼ਿਆਦਾ, 2770 ਘੰਟੇ ਉਡਾਉਣ ਦਾ ਰਿਕਾਰਡ ਉਹਨੇ ਥੋੜੇ ਸਮੇਂ 'ਚ ਹੀ ਕਰ ਲਿਆ, ਤੇ ਉਹ ਕੀ ਬਣ ਗਈ? ਉਸ ਤੋਂ ਬਾਅਦ ਹੈਲੀਕਾਪਟਰ ਚਲਾਉਣ ਦੀ ਇੰਸਟ੍ਰਕਟਰ ਬਣ ਗਈ। ਤੇ ਉਹਦਾ ਵਿਆਹ ਕਿਹਦੇ ਨਾਲ ਹੋਇਆ ਸੀ? ਉਹਦਾ ਪਤੀ ਕੌਣ ਸੀ? ਵਿਆਹ ਕਿਹਦੇ ਨਾਲ ਹੋਇਆ? ਮਿਸ਼ੈਲ ਵਿਲੀਅਮਸ, ਉਹਦੇ ਨਾਮ ਤੋਂ ਹੀ ਉਹਦੀ ਕਾਸਟ ਹੋਈ, ਮਿਸ਼ੈਲ ਵਿਲੀਅਮਸ ਦੇ ਨਾਲ ਉਹਦੀ ਸ਼ਾਦੀ ਹੋ ਗਈ ਜਦੋਂ ਕੀ ਬਣੀ ਸੀ? ਹੈਲੀਕਾਪਟਰ ਦੀ ਇੰਸਟ੍ਰਕਟਰ ਬਣੀ ਸੀ, ਹੈਲੀਕਾਪਟਰ ਚਲਾਉਣ ਜਿਹੜੀ ਟ੍ਰੇਨਿੰਗ ਦਿੰਦੀ ਸੀ, ਠੀਕ ਹੈ, ਲੋਕਾਂ ਨੂੰ ਹੈਲੀਕਾਪਟਰ ਚਲਾਉਣ ਦੀ ਉਹ ਟ੍ਰੇਨਿੰਗ ਦਿੰਦੀ ਸੀ। ਚਲ ਬੇਟਾ, ਯੈਸ, ਨੈਕਸਟ ਪੜ੍ਹ ਬੇਟਾ। ਯੈਸ ਸੁਹਾਨਾ, ਨੈਕਸਟ ਪੜ੍ਹ। 1995 ਵਿੱਚ ਉਹ ਇੱਕ ਹੈਲੀਕਾਪਟਰ ਲੈ ਕੇ ਅਮਰੀਕੀ ਪੁਲਾੜ ਕੇਂਦਰ ਨੈਸ਼ਨਲ ਐਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਗਈ, ਜਿੱਥੇ ਉਸਨੇ ਜਾਨ ਯੰਗ ਨਾਂ ਦੇ ਪੁਲਾੜ ਯਾਤਰੀ ਦਾ ਭਾਸ਼ਣ ਸੁਣਿਆ। ਉਸਨੇ ਦੱਸਿਆ ਕਿ ਪੁਲਾੜ ਯਾਤਰੀ ਦੀ ਟ੍ਰੇਨਿੰਗ ਵਜੋਂ ਉਸਨੇ ਹੈਲੀਕਾਪਟਰ ਚਲਾਉਣਾ ਸਿੱਖਣਾ ਪਿਆ। ਹਾਂ, ਇਹ ਉਸਦੀ ਟ੍ਰੇਨਿੰਗ ਦਾ ਲਾਜ਼ਮੀ ਹਿੱਸਾ ਸੀ। ਸੁਨੀਤਾ ਨੇ ਸੋਚਿਆ ਕਿ ਤਾਂ ਹੈਲੀਕਾਪਟਰ ਚਲਾਉਣ ਦੀ ਮਾਹਿਰ ਹੈ, ਮੈਂ ਕਿਉਂ ਨਹੀਂ ਪੁਲਾੜ ਵਿੱਚ ਉੜ ਸਕਦੀ? ਬਸ ਉਸਨੇ ਨਾਸਾ ਨੂੰ ਅਰਜ਼ੀ ਭੇਜ ਦਿੱਤੀ। ਪਹਿਲੀ ਵਾਰ ਤਾਂ ਨਹੀਂ, ਦੂਜੀ ਵਾਰ। ਇੱਕ ਸੈਕਿੰਡ, ਠੀਕ ਹੈ ਬੇਟਾ। ਜਦੋਂ ਇੱਕ ਹੈਲੀਕਾਪਟਰ ਅਮਰੀਕਾ ਪੁਲਾੜ ਕੇਂਦਰ ਵਿੱਚ ਗਈ, ਉਹਨੇ ਕਿਸ ਦਾ ਭਾਸ਼ਣ ਸੁਣਿਆ, ਤੈਨੂੰ ਪਤਾ ਚੱਲਿਆ ਕਿ ਜਿਹੜਾ ਅੱਛੀ ਤਰ੍ਹਾਂ ਹੈਲੀਕਾਪਟਰ ਚਲਾ ਸਕਦਾ ਹੈ ਉਹ ਨਾਸਾ ਵੀ ਜਾ ਸਕਦਾ ਹੈ, ਠੀਕ ਹੈ। ਉਹਨੇ ਕਿਹਾ ਕਿ ਹੁਣ ਤਾਂ ਬਹੁਤ ਅੱਛੀ ਤਰ੍ਹਾਂ ਇਹ ਚੀਜ਼ ਆਉਂਦੀ ਹੈ, ਉਹਦਾ ਹੈਲੀਕਾਪਟਰ ਚਲਾਉਣ ਦੀ ਇੰਸਟ੍ਰਕਟਰ ਹੈ, ਸਿਖਾਉਂਦੀ ਹੈ, ਫਿਰ ਉਹ ਕਿਉਂ ਨਹੀਂ ਨਾਸਾ ਵੀ ਜਾ ਸਕਦੀ? ਉਹਨੂੰ ਕਿਸੇ ਭਾਸ਼ਣ ਦੇ ਵੀ ਸੁਣਿਆ ਦੇ ਵਿੱਚ, ਠੀਕ ਹੈ। ਇਸ ਲਈ ਉਹਨੇ ਫਿਰ ਕੀ ਕੀਤਾ? ਨਾਸਾ ਨੂੰ ਕੀ ਕੀਤੀ? ਅਰਜ਼ੀ ਭੇਜੀ। ਯੈਸ ਬੇਟਾ। ਬਸ ਉਸਨੇ ਨਾਸਾ ਨੂੰ ਅਰਜ਼ੀ ਭੇਜ ਦਿੱਤੀ। ਪਹਿਲੀ ਵਾਰ ਤਾਂ ਨਹੀਂ, ਦੂਜੀ ਵਾਰ 1998 ਵਿੱਚ ਨਾਸਾ ਨੇ ਉਸਨੂੰ ਪੁਲਾੜ ਵਿੱਚ ਭੇਜੇ ਜਾਣ ਲਈ ਟ੍ਰੇਨਿੰਗ ਵਾਸਤੇ ਚੁਣ ਲਿਆ। 8 ਸਾਲ ਦੀ ਸਖਤ ਟ੍ਰੇਨਿੰਗ ਉਪਰੰਤ ਉਸਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਉੱਤੇ 7 ਮੈਂਬਰੀ ਟੀਮ ਨਾਲ 9 ਦਸੰਬਰ 2006 ਈਸਵੀ ਨੂੰ ਡਿਸਕਵਰੀ ਨਾਂ ਦੇ ਪੁਲਾੜੀ ਜਹਾਜ਼ ਵਿੱਚ ਅੰਬਰਾਂ ਦੀ ਉਡਾਰੀ ਭਰਨ ਲਈ ਭੇਜ ਦਿੱਤਾ ਗਿਆ। ਤਕਰੀਬਨ 350 ਕਿਲੋਮੀਟਰ ਦੀ ਉਚਾਈ ਉੱਤੇ ਅੰਬਰਾਂ ਵਿੱਚ ਘੁੰਮ ਰਿਹਾ ਇਹ ਪੁਲਾੜੀ ਸਟੇਸ਼ਨ ਮਨੁੱਖਤਾ ਦੀ ਭਲਾਈ ਅਤੇ ਪੁਲਾੜੀ ਖੋਜ ਬਾਰੇ ਨਵੇਂ ਤਜਰਬੇ ਕਰ ਰਿਹਾ ਹੈ। ਵੇਟ ਬੇਟਾ, ਵੇਟ ਸੁਹਾਨਾ, ਠੀਕ ਹੈ। ਉਹਨੇ ਕਿਹਦਾ ਭਾਸ਼ਣ ਸੁਣਿਆ ਸੀ? ਅੰਡਰਲਾਈਨ ਕਰੋ, ਜਾਨ ਯੰਗ ਦਾ। ਨਾਮ ਕੀ ਸੀ ਉਹਦਾ? ਜਾਨ ਯੰਗ। ਉਹ ਕੀ ਸੀ? ਪੁਲਾੜ ਯਾਤਰੀ ਸੀ। ਉਹਦਾ ਭਾਸ਼ਣ ਸੁਣਿਆ ਤੇ ਉਹਨੇ ਕਿਹਾ ਕਿ ਜਿਹੜਾ ਨਾਸਾ ਵਿੱਚ ਜਾਣਾ ਚਾਹੁੰਦਾ ਹੈ ਉਹਨੂੰ ਜਿਹੜਾ ਕਿ ਹੈਲੀਕਾਪਟਰ ਚਲਾਉਣਾ ਆਉਣਾ ਚਾਹੀਦਾ ਹੈ। ਜਦੋਂ ਉਹਨੇ ਇਹ ਗੱਲ ਸੁਣੀ ਤਾਂ ਉਹਨੇ ਵੀ ਨਾਸਾ ਨੂੰ ਅਰਜ਼ੀ ਭੇਜੀ। ਪਹਿਲੀ ਵਾਰ ਅਰਜ਼ੀ ਭੇਜੀ, ਉਹਦੀ ਮਨਜ਼ੂਰ ਨਾ ਹੋਈ, ਪਰ ਜਦੋਂ ਦੂਸਰੀ ਵਾਰ ਅਰਜ਼ੀ ਭੇਜੀ ਤਾਂ ਉਹਦੀ ਅਰਜ਼ੀ ਮਨਜ਼ੂਰ ਹੋ ਗਈ ਤੇ ਉਸਨੂੰ ਪੁਲਾੜ ਵਿੱਚ ਭੇਜੇ ਜਾਣ ਲਈ ਟ੍ਰੇਨਿੰਗ ਵਾਸਤੇ ਚੁਣ ਲਿਆ ਗਿਆ। 8 ਸਾਲ ਦੀ ਟ੍ਰੇਨਿੰਗ ਉਪਰੰਤ, ਕਿੰਨੇ ਸਾਲ ਦੀ ਟ੍ਰੇਨਿੰਗ ਉਹਨੇ ਕੀਤੀ ਸੀ? 8 ਸਾਲ ਟ੍ਰੇਨਿੰਗ ਲਈ ਉਹਨੇ। ਪਹਿਲਾਂ ਦੇਖੋ ਕਿੰਨੀ ਮਿਹਨਤ ਕੀਤੀ ਬੇਟਾ ਉਹਨੇ, ਪਹਿਲਾਂ ਪੜ੍ਹੀ ਲਿਖੀ, ਠੀਕ ਹੈ। 8 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਉਹ ਕਿੰਨੇ ਮੈਂਬਰਾਂ ਦੀ ਟੀਮ ਦੇ ਨਾਲ? 7 ਮੈਂਬਰ ਦੀ ਟੀਮ ਦੇ ਨਾਲ। ਕਿੰਨੇ ਮੈਂਬਰ ਦੀ ਟੀਮ ਦੇ ਨਾਲ? 7 ਮੈਂਬਰ ਦੀ ਟੀਮ ਦੇ ਨਾਲ ਉਹ ਬੇਟਾ ਗਈ ਸੀ। ਜਹਾਜ਼ ਦਾ ਕੀ ਨਾਮ ਸੀ? ਜਹਾਜ਼ ਦਾ ਕੀ ਨਾਮ ਸੀ? ਡਿਸਕਵਰੀ। ਡਿਸਕਵਰੀ ਨਾਂ ਦੇ ਜਹਾਜ਼ ਵਿੱਚ ਬੈਠ ਕੇ ਉਹ ਗਈ ਸੀ। ਕਦੋਂ ਗਈ? ਕਦੋਂ ਗਈ ਸੀ ਉਹ? 9 ਦਸੰਬਰ 2006 ਨੂੰ। 9 ਦਸੰਬਰ 2006 ਨੂੰ ਇਹ ਜਿਹੜੀ ਕਿ ਉੱਥੇ ਗਈ ਸੀ ਪੁਲਾੜੀ ਡਿਸਕਵਰੀ ਨਾਂ ਦੇ ਜਹਾਜ਼ ਵਿੱਚ ਬੈਠ ਕੇ। ਯੈਸ ਬੇਟਾ। नेक्स्ट प्रेरणा, नेक्स्ट कौन रीड करेगा बेटा? सुनीता ने इस पुलाड़ी स्टेशन दी संभाल ते तजुर्बिਆਂ ਦੇ ਖਾਤਰ ਵਿੱਚ ਬੜਾ ਕੰਮ ਕੀਤਾ ਹੈ। ਬੜਾ ਕੰਮ ਕੀਤਾ ਹੈ। ਉਸਨੇ 95 ਦਿਨ ਪੁਲਾੜ ਵਿੱਚ ਰਹਿ ਕੇ ਨਵਾਂ ਰਿਕਾਰਡ ਬਣਾਇਆ ਹੈ। ਕਿਸੇ ਵੀ ਇਸਤਰੀ ਦੁਆਰਾ ਪੁਲਾੜ ਵਿੱਚ ਗੁਜ਼ਾਰਿਆ ਇਹ ਸਭ ਤੋਂ ਵੱਧ ਸਮਾਂ ਹੈ। ਉਸਨੇ 4 ਵਾਰ ਪੁਲਾੜੀ ਜਹਾਜ਼ ਤੋਂ ਬਾਹਰ ਨਿਕਲ ਕੇ ਕੰਮ ਕੀਤਾ ਹੈ। ਇਸ ਨੂੰ
ਸਪੇਸ ਵਾਕਿੰਗ ਕਹਿੰਦੇ ਹਨ। ਇਹ ਕਿਸੇ ਇਸਤਰੀ ਵੱਲੋਂ ਸਭ ਤੋਂ ਵੱਧ ਵਾਰ ਕੀਤੀ ਗਈ ਸਪੇਸ ਵਾਕਿੰਗ ਹੈ। ਉਸ ਨੂੰ 29 ਘੰਟੇ 7 ਮਿੰਟ ਸਪੇਸ ਵਾਕਿੰਗ ਕਰਕੇ ਇਸ ਪੱਖੋਂ ਇੱਕ ਰਿਕਾਰਡ ਬਣਾਇਆ ਹੈ। ਉਸਨੇ ਪੁਲਾੜੀ ਜਹਾਜ਼ ਵਿੱਚ ਲੱਗੀ ਟ੍ਰੈਡਮਿਲ ਉੱਤੇ ਹੀ ਦੌੜ ਕੇ ਧਰਤੀ ਉੱਤੇ ਹੋ ਰਹੀ ਬੋਸਟਨ ਮੈਰਾਥਨ ਮੈਰਾਥਨ ਦੌੜ ਵਿੱਚ ਹਿੱਸਾ ਲੈ ਕੇ ਵੀ ਇੱਕ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਬੇਟਾ ਵੇਟ 4 ਰਿਕਾਰਡ ਬੇਟਾ ਸੁਣੋ, ਵੈਰੀ ਇੰਪੋਰਟੈਂਟ ਪੈਰਾ, ਠੀਕ ਹੈ। ਉਹਨੇ ਕਿੰਨੇ ਦਿਨ ਰਹੀ ਸੀ ਉਹ ਪਲਾਟ ਦੇ ਵਿੱਚ? 195 195 ਇੰਨੇ ਦਿਨ ਕੋਈ ਵੀ ਨਹੀਂ ਰਿਹਾ, ਠੀਕ ਹੈ। ਨਵਾਂ ਰਿਕਾਰਡ ਬਣਾਇਆ ਤੇ ਉਹਨੇ 4 ਵਾਰ ਪੁਲਾੜੀ ਜਹਾਜ਼ ਤੋਂ ਪਹਿਲਾਂ ਬਾਹਰ ਨਿਕਲੀ, ਠੀਕ ਹੈ। ਪੁਲਾੜੀ ਜਹਾਜ਼ ਤੋਂ ਬਾਹਰ ਨਿਕਲ ਕੇ ਉਹਨੇ ਕੀ ਕੀਤਾ? ਸਪੇਸ ਵਾਕਿੰਗ, ਸਪੇਸ ਤੇ ਉਹ ਚੱਲੀ ਸੀ, ਠੀਕ ਹੈ। ਸਪੇਸ ਵਾਕਿੰਗ ਦਾ ਉਹਨੇ ਕੀ ਕੀਤਾ ਸੀ? ਕੰਮ ਕੀਤਾ ਸੀ, ਠੀਕ ਹੈ। ਸਪੇਸ ਵਾਕਿੰਗ ਦਾ ਉਹਨੇ ਕੰਮ ਕੀਤਾ। ਕਿੰਨੀ ਵਾਰ ਨਿਕਲ ਗਏ ਬਾਹਰ? 4 ਵਾਰ ਨਿਕਲ ਗਏ, ਠੀਕ ਹੈ। ਤੇ 29 ਘੰਟੇ, ਕਿੰਨੇ ਘੰਟੇ? 29 ਘੰਟੇ 17 ਮਿੰਟ ਤੱਕ ਇਹ ਕੀਤਾ ਕੰਮ। 29 ਘੰਟੇ 17 ਮਿੰਟ ਤੱਕ ਕੰਮ ਕੀਤਾ ਤੇ ਪੁਲਾੜੀ ਜਹਾਜ਼ ਲੱਗੀ ਟ੍ਰੈਡਮਿਲ ਉੱਤੇ ਦੌੜ ਕੇ ਧਰਤੀ ਉੱਤੇ ਹੋ ਰਹੀ ਬੋਸਟਨ ਮੈਰਾਥਨ ਦੌੜ ਵਿੱਚ ਹਿੱਸਾ ਲੈ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਦੇਖੋ, ਯੈਸ ਨੈਕਸਟ ਪੜ੍ਹ ਬੇਟਾ। ਹਾਂ ਅਜੀਤ। 4 ਰਿਕਾਰਡ ਬਣਾ ਕੇ ਸੁਨੀਤਾ 22 ਜੂਨ 2007 ਦੀ ਰਾਤ ਨੂੰ ਐਂਟਲਿਟਿਸ ਨਾਂ ਦੇ ਪੁਲਾੜੀ ਜਹਾਜ਼ ਰਾਹੀਂ ਧਰਤੀ ਉੱਤੇ ਵਾਪਸ ਪਰਤ ਆਈ। ਭਾਰਤੀ ਅਮਰੀਕੀ ਪੁਲਾੜ ਵਿਗਿਆਨੀ ਸੁਨੀਤਾ ਵਿਲੀਅਮਸ ਨੂੰ ਆਪਣੀਆਂ ਵਿਲੱਖਣ ਪ੍ਰਾਪਤੀਆਂ ਬਦਲੇ ਭਾਰਤ ਦਾ ਸਰਬੋਤਮ ਸਿਵਿਲੀਅਨ ਪੁਰਸਕਾਰ ਪਦਮ ਭੂਸ਼ਣ ਪ੍ਰਦਾਨ ਕੀਤਾ ਗਿਆ ਹੈ। ਸੁਨੀਤਾ ਵਿਲੀਅਮਸ ਤੋਂ ਮਾਨਵਤਾ ਦੀ ਭਲਾਈ ਲਈ ਪੁਲਾੜ ਦੇ ਖੋਜ ਦੇ ਖਾਤਰ ਵਿੱਚ ਹੋਰ ਵਧੇਰੇ ਚੰਗੀਆਂ ਸੰਭਾਵਨਾ ਦਾ ਆਸ ਹੈ। ਹਾਂ, ਵੈਰੀ ਗੁੱਡ, ਠੀਕ ਹੈ। ਗਈ ਤਾਂ ਉਹ ਬੇਟਾ ਡਿਸਕਵਰੀ ਨਾਂ ਦੇ ਜਹਾਜ਼ ਵਿੱਚ ਸੀ। ਵਾਪਿਸ ਕਿਹੜੇ ਜਹਾਜ਼ ਵਿੱਚ ਬਹਿ ਕੇ ਆਈ ਸੀ? ਐਟਲਾਂਟਿਕ। ਕਿਹੜੇ ਜਹਾਜ਼ ਵਿੱਚ ਬਹਿ ਕੇ ਵਾਪਿਸ ਆਈ ਸੀ? ਐਟਲਾਂਟਿਸ ਨਾਂ ਦੇ ਜਹਾਜ਼ ਵਿੱਚ ਬੈਠ ਕੇ ਉਹ ਵਾਪਿਸ ਆਈ ਸੀ। ਗਈ ਕਿਹਦੇ ਵਿੱਚ ਸੀ? ਡਿਸਕਵਰੀ ਨਾਂ ਦੇ ਜਹਾਜ਼ ਵਿੱਚ। ਵਾਪਿਸ ਕਿਹੜੇ ਜਹਾਜ਼ ਵਿੱਚ ਆਈ ਸੀ? ਐਟਲਾਂਟਿਸ ਨਾਂ ਦੇ ਜਹਾਜ਼ ਵਿੱਚ ਬੈਠ ਕੇ ਵਾਪਿਸ ਆਈ, ਠੀਕ ਹੈ। ਤੇ ਉਹਨੂੰ ਕਿਹੜਾ ਪੁਰਸਕਾਰ ਦਿੱਤਾ ਗਿਆ ਹੈ? ਪੁਰਸਕਾਰ ਕਿਹੜਾ ਮਿਲਿਆ ਹੈ? ਪਦਮ ਭੂਸ਼ਣ। ਪਦਮ ਭੂਸ਼ਣ ਨਾਂ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਤੇ ਹੋਰ ਵੀ ਬਹੁਤ ਸਾਰੇ ਜਿਹੜੇ ਕੰਮ ਪੁਲਾੜ ਦੇ ਵਿੱਚ ਚੰਗੀ ਹੋਣ ਦੀ ਸੰਭਾਵਨਾ ਹੈ। ਭਾਵ ਕਿ ਇਸ ਚੈਪਟਰ ਤੋਂ ਬੇਟਾ ਤੁਹਾਨੂੰ ਦੇਖੋ ਕਿੰਨਾ ਕੁਝ ਸਿੱਖਣ ਤੋਂ ਮਿਲਿਆ। ਇੱਕ ਲੜਕੀ ਹੋ ਕੇ ਉਹਨੇ ਦੇਖੋ ਕਿੰਨੀ ਮਿਹਨਤ ਕੀਤੀ ਤੇ ਪੁਲਾੜ ਦੇ ਵਿੱਚ ਗਈ, ਤੇ ਅਸੀਂ ਫਿਰ ਮਿਹਨਤ ਕਰਕੇ ਕਿਉਂ ਨਹੀਂ ਚੰਗੇ ਨੰਬਰ ਲੈ ਸਕਦੇ? ਕਿਉਂ ਨਹੀਂ ਜੀਵਨ ਦੇ ਵਿੱਚ ਸਫਲਤਾ ਹਾਸਲ ਕਰ ਸਕਦੇ? ਜਦੋਂ ਦੂਸਰੀ ਦੁਨੀਆ ਦੇ ਵਿੱਚ ਜਾ ਸਕਦੀ ਹੈ। ਦੇਖੋ ਸੁਨੀਤਾ ਵਿਲੀਅਮਸ ਇੱਕ ਲੜਕੀ ਹੈ ਨਾ, ਠੀਕ ਹੈ। ਦੂਸਰੀ ਦੁਨੀਆ ਦੇ ਵਿੱਚ ਗਈ, ਪੁਲਾੜ ਦੇ ਵਿੱਚ ਗਈ, ਤੇ ਅਸੀਂ ਫਿਰ ਕਿਉਂ ਮਿਹਨਤ ਨਹੀਂ ਕਰ ਸਕਦੇ? ਮਿਹਨਤ ਕਰਕੇ ਆਪਾਂ ਕੁਝ ਵੀ ਹਾਸਿਲ ਕਰ ਸਕਦੇ ਹਾਂ। ਇਸ ਚੈਪਟਰ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਮਿਹਨਤ ਕਰਨੀ ਚਾਹੀਦੀ ਹੈ। ਸਟਾਰਟਿੰਗ 'ਚ ਆਪਾਂ ਉਹਦੇ ਜੀਵਨ ਬਾਰੇ ਪੜ੍ਹਿਆ ਕਿ ਉਹਦੇ ਪਿਤਾ ਦਾ ਨਾਮ ਕੀ ਸੀ? ਦੀਪਕ ਪਾਂਡੇ। ਮਾਂ ਦਾ ਨਾਮ ਬੋਨੀ, ਠੀਕ ਹੈ। ਯੂਗੋਸਲਾਵੀਆ ਸ਼ਹਿਰ ਦੇ ਵਿੱਚ ਹੋਇਆ। ਫਿਰ ਉਹਦੇ ਭੈਣ ਦਾ ਨਾਮ ਸੀ ਦੀਨਾ, ਭਰਾ ਦਾ ਨਾਮ ਜੈ। ਉਹਨਾਂ ਨੂੰ ਐਥਲੈਟਿਕਸ ਦਾ, ਤੈਰਾਕੀ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਉਹਦੇ ਪਿਤਾ ਜੀ ਨੂੰ ਸੈਰ ਸਪਾਟੇ ਦਾ ਸ਼ੌਂਕ ਸੀ ਤੇ ਉਹਦੀ ਮਾਂ ਕਿਸੇ ਘਰੇਲੂ ਰੁਚੀਆਂ ਵਾਲੀ। ਫਿਰ ਬੇਟਾ ਉਹ ਸਾਇੰਸ ਤੇ ਮੈਥ ਦੇ ਵਿੱਚ ਉਹਦੀ ਬੜੀ ਰੁਚੀ ਸੀ। ਉਹਨੇ ਫਿਰ ਜਹਾਜ਼ ਚਲਾਉਣ ਦੀ ਟ੍ਰੇਨਿੰਗ ਦੇ ਵਜੋਂ ਇੰਸਟਰਕਟਰ ਬਣ ਗਈ। ਫਿਰ ਉਹਨੇ ਕਿਸੇ ਇੱਕ ਭਾਸ਼ਣ ਦੇ ਵਿੱਚ ਸੁਣਿਆ ਕਿ ਨਾਸਾ ਜਾਣ ਦੇ ਲਈ ਜਹਾਜ਼ ਚਲਾਉਣਾ ਆਉਣਾ ਬੜਾ ਜ਼ਰੂਰੀ ਹੈ, ਤੇ ਉਸਨੂੰ ਜਹਾਜ਼ ਬਹੁਤ ਅੱਛੀ ਤਰ੍ਹਾਂ ਚਲਾਉਣਾ ਆਉਂਦਾ ਸੀ, ਹੈਲੀਕਾਪਟਰ। ਫਿਰ ਉਸਨੇ ਨਾਸਾ ਦੇ ਵਿੱਚ ਅਰਜ਼ੀ ਭੇਜੀ। ਪਹਿਲੀ ਵਾਰ ਰਿਜੈਕਟ ਹੋ ਗਈ, ਫਿਰ ਦੂਸਰੀ ਵਾਰ ਸਫਲਤਾ ਮਿਲੀ। ਫਿਰ ਉਹ ਡਿਸਕਵਰੀ ਨਾਂ ਦੇ ਜਹਾਜ਼ ਵਿੱਚ ਬਹਿ ਕੇ 8 ਸਾਲਾਂ ਦੀ ਟ੍ਰੇਨਿੰਗ ਤੋਂ ਬਾਅਦ 7 ਮੈਂਬਰਾਂ ਦੀ ਟੀਮ ਦੇ ਨਾਲ ਉੱਥੇ ਗਈ। ਬਹੁਤ ਸਾਰੇ ਖੋਜ ਕੇਂਦਰ ਕੰਮ ਕੀਤੇ। ਕਿੰਨੇ ਘੰਟੇ ਦੇਖੋ ਉੱਥੇ ਰਹੀ, ਠੀਕ ਹੈ। ਉੱਥੇ ਰਹਿ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ, ਸਪੇਸ ਵਾਕਿੰਗ ਕੀਤੀ। ਉਹਨੂੰ ਪਦਮ ਭੂਸ਼ਣ ਅਵਾਰਡ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ। ਕਲੀਅਰ ਹੈ ਬੇਟਾ? ਚੈਪਟਰ ਸਮਝ ਆ ਗਈ? 1 ਮਾਰਕਸ ਕੁਐਸਚਨ ਜਿਹੜੇ ਅੰਡਰਲਾਈਨ ਕਰਵਾਏ ਹੈ ਉਹ ਤੁਸੀਂ ਆਪਣੀ ਫੇਅਰ ਨੋਟਬੁੱਕ ਤੇ ਲਿਖਣੇ ਹੈ, ਓਕੇ। ਤੇ ਬੇਟਾ ਪਲੀਜ਼ ਜਿਨ੍ਹਾਂ ਬੱਚਿਆਂ ਨੇ ਹੋਲੀਡੇ ਹੋਮਵਰਕ ਨਹੀਂ ਸੈਂਡ ਕੀਤਾ ਉਹ ਸੈਂਡ ਕਰੋ।
ओके ते मार्क्स नहीं लगने। ओके बेटा, ओके बेटा, बाय बाय बेटा। बाय मैम।